ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਿਹੁ ਲੋਇ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਕੋਈ ਗਾਵੇ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸ਼ੈ ਕੋ ਦ੍ਰਿੜੈ ਤਿਸ ਕਾ ਹੋਏ ਉਦਾਰ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਾਵਣ ਹਮਾਰੀ ਦੁਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹੱਲਾ ਪੰਜਵਾ। ਵਾਰ ਸਲੋਕਾਂ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ। ਪੇਖਣ ਸੁਣਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚ। ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਪੌੜੀ। ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ।
ਜਿਸ ਆਪ 부ਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਜੈਤਸਰੀ ਮਹੱਲਾ ਪੰਜਵਾ। ਵਾਰ ਸ਼ਲੋਕਾ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇੱਕ ਨਿਯਮ ਹੈ, ਰਾਣਾ ਰਾਉ ਨਾ ਕੂ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਏ ਦੇ। ਮਹਾਂਵਾਕ ਅਨੁਸਾਰ ਜੋ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ, ਉਸ ਨੂੰ ਇਹ ਫਾਨੀ ਸੰਸਾਰ ਨੂੰ ਛੱਡ ਕੇ ਜਾਣਾ ਹੀ ਪੈਂਦਾ ਹੈ। ਇਹ ਜੈਤਸਰੀ ਰਾਗ ਦੀ ਵਾਰ, ਜਿਸ ਦੀ ਕਥਾ ਪ੍ਰਾਰੰਭ ਹੋ ਰਹੀ ਹੈ, ਇਹ ਵਾਰ ਮਹੱਲਾ ਪੰਜਵਾਂ, ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਹਦੀ ਉਥਾਨਕਾ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਉੱਤਰਾਧਿਕਾਰੀ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਟਕਸਾਲ ਦੇ ਸਾਰੇ ਮਹਾਂਪੁਰਖ ਇਹ ਸਰਵਣ ਕਰਵਾਉਂਦੇ ਹਨ। ਇੱਕ ਦਿਗਵਿਜੈ ਪੰਡਤ ਸ਼੍ਰੀ ਅੰਮ੍ਰਿਤਸਰ ਸਾਹਿਬ ਆਇਆ। ਉਸਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ, ਹਿੰਦੂ ਧਰਮ ਦੇ ਵਿੱਚ 4 ਵਰਨ ਹਨ, ਉਹਨਾਂ ਦੀ ਜੋ ਅੰਤਮ ਗਤੀ ਹੈ ਵੱਖੋ ਵੱਖਰੇ ਢੰਗ ਦੇ ਨਾਲ ਕੀਤੀ ਜਾਂਦੀ ਹੈ। ਜਦੋਂ ਸ਼ੂਦਰਾਂ ਦੇ ਘਰੇ ਕੋਈ ਚੜ੍ਹਾਈ ਕਰ ਜਾਂਦਾ ਹੈ, 17ਵੇਂ ਦਿਨ ਉਹਨਾਂ ਦੀ ਕਰਮ ਕਿਰਿਆ ਦੀ ਸੰਪੂਰਨਤਾ ਕੀਤੀ ਜਾਂਦੀ ਹੈ। ਜੇ ਕੋਈ ਵੈਸ਼ ਚੜ੍ਹਾਈ ਕਰ ਜਾਵੇ, ਉਹਦੀ 15 ਦਿਨਾਂ ਦੇ ਵਿੱਚ ਉਹ ਕਿਰਿਆ ਸੰਪੂਰਨ ਕੀਤੀ ਜਾਂਦੀ ਹੈ। ਜੇ ਕੋਈ ਛਤਰੀ ਚੜ੍ਹਾਈ ਕਰ ਜਾਂਦਾ ਹੈ, ਉਹਦੀ 12ਵੇਂ ਦਿਨ ਅੰਤਮ ਕਿਰਿਆ ਸੰਪੂਰਨ ਕੀਤੀ ਜਾਂਦੀ ਹੈ। ਜੇ ਬ੍ਰਾਹਮਣ ਦੀ ਮੌਤ ਹੋ ਜਾਵੇ, ਫਿਰ 11ਵੇਂ ਦਿਨ ਉਸ ਦੀ ਅੰਤਮ ਕਿਰਿਆ ਕੀਤੀ ਜਾਂਦੀ ਹੈ। ਸਿੱਖ ਧਰਮ ਇੱਕ ਵੱਖਰਾ ਧਰਮ ਹੈ। ਨਾਨਕ ਨਿਰਮਲ ਪੰਥ ਚਲਾਇਆ, ਸ਼ਬਦ ਜਿਤ ਪੰਥ ਨਿਰਾਲਾ। ਸਿੱਖ ਧਰਮ ਦੀ ਮਰਜ਼ਾਦਾ ਕੀ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਆਖਿਆ, ਪੰਡਤ ਜੀ, ਸਿੱਖ ਧਰਮ ਸਾਰੀ ਮਨੁੱਖਤਾ ਲਈ ਸਾਂਝਾ ਧਰਮ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ 'ਚੋਂ ਵਰਨਾ ਕੋ ਸਾਂਝਾ। ਜਿਤਨੇ ਗੁਰਸਿੱਖ ਨੇ, ਉਹਨਾਂ ਦੀ 10ਵੇਂ ਦਿਨ ਅੰਤਮ ਕਿਰਿਆ ਸੰਪੂਰਨ ਕੀਤੀ ਜਾਵੇਗੀ। ਇਸ ਲਈ ਤੁਸੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਗਰੜ ਪੁਰਾਣ ਦੀ ਕਥਾ ਕਰਦੇ ਹੋ, ਪਰ ਸਿੱਖ ਧਰਮ ਦੇ ਵਿੱਚ ਅਸੀਂ ਇਹ ਪਵਿੱਤਰ ਬਾਣੀ ਉਚਾਰਨ ਕਰਦੇ ਹਾਂ, ਜੈਤਸਰੀ ਦੀ ਵਾਰ। ਇਹਦੇ 20 ਸ਼ਲੋਕ ਹਨ ਤੇ ਨਾਲ ਪੌੜੀਆਂ ਵੀ ਹਨ, ਜਾਂ ਇਉਂ ਕਹਿ ਲਓ 20 ਪੌੜੀਆਂ ਨੇ, ਇੱਕ ਪੌੜੀ ਦੇ ਨਾਲ 2-2 ਸ਼ਲੋਕ ਨੇ। ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਨੇ ਸਾਰੀ ਤਰਤੀਬ ਲਿਖੀ ਹੈ।
ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ 2-2 ਸ਼ਲੋਕਾਂ ਦੀ ਕਥਾ ਹਰ ਰੋਜ਼ ਕੀਤੀ ਜਾਵੇ। 10ਵੇਂ ਦਿਨ 20 ਸ਼ਲੋਕਾਂ ਦੀ ਕਥਾ ਸੰਪੂਰਨ ਹੋ ਜਾਂਦੀ ਹੈ। ਜੇ ਸੰਸਕਾਰ ਲੇਟ ਹੋ ਜਾਂਦਾ ਹੈ ਫਿਰ ਉਹਨਾਂ ਸ਼ਲੋਕਾਂ ਦੀ ਕਥਾ ਵਧੇਕ ਕਰਕੇ ਵੀ 10ਵੇਂ ਦਿਨ ਕਥਾ ਦਾ ਭੋਗ ਪਾਇਆ ਜਾਂਦਾ ਹੈ। ਇਹ ਬਾਣੀ ਧੁਰ ਕੀ ਬਾਣੀ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੋ ਤਾਰੈ, ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੈ। ਗੁਰੂ ਘਰ ਦੇ ਅੰਦਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਹਦੇ ਨਿਮਿਤ ਧੁਰ ਕੀ ਬਾਣੀ ਦਾ ਸਹਿਜ ਪਾਠ ਜਾਂ ਅਖੰਡ ਪਾਠ ਪ੍ਰਾਰੰਭ ਕੀਤਾ ਜਾਂਦਾ ਹੈ। ਨਾਲ ਕੀਰਤਨ ਕਥਾ ਦੇ ਸਮਾਗਮ ਵੀ ਕੀਤੇ ਜਾਂਦੇ ਹਨ। ਅਤੇ ਇਹਨਾਂ ਦਿਨਾਂ ਦੇ ਵਿੱਚ ਜੈ ਸ੍ਰੀ ਵਾਰ ਦੀ ਕਥਾ ਅਤੇ ਨਾਲ ਹੀ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦੀ ਕਥਾ ਉਹ ਵੀ ਨਾਲ ਹੋਇਆ ਕਰੇਗੀ। ਇਹ ਮਰਜ਼ਾਦਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਚਲਾਈ। ਸੋ ਆਪ ਸੰਗਤਾਂ ਹੁਣ ਜੈ ਸ੍ਰੀ ਵਾਰ ਦੀ ਕਥਾ ਸਰਵਣ ਕਰੋ। ਥਾਨਕਾ ਤੁਸਾਂ ਸਰਵਣ ਕਰ ਹੀ ਲਈ ਹੈ। ਇਸ ਵਾਰ ਦੀ ਇੱਕ ਹੋਰ ਵੀ ਵਿਸ਼ੇਸ਼ਤਾ ਹੈ। ਜਦੋਂ ਆਪਾਂ ਸਹਿਜ ਪਾਠ ਜਾਂ ਅਖੰਡ ਪਾਠ ਪ੍ਰਾਰੰਭ ਕਰਦੇ ਹਾਂ ਇਸ ਵਾਰ ਦੇ ਪਹਿਲੇ ਸ਼ਲੋਕ ਦੇ ਵਿੱਚ ਆਦਿ ਪੂਰਨ ਮੱਧ ਪੂਰਨ, ਮੱਧ ਸ਼ਬਦ ਜਿੱਥੇ ਆਉਂਦਾ ਹੈ ਇੱਥੇ ਗੁਰਬਾਣੀ ਦਾ ਮੱਧ ਆ ਜਾਂਦਾ ਹੈ। ਅਤੇ ਇਸ ਗੁਰਬਾਣੀ ਦੀ ਪੰਕਤੀ ਜਦੋਂ ਪਾਠੀ ਸਿੰਘ ਪੜ੍ਹਦਾ ਹੈ ਉਸ ਵੇਲੇ ਅਰਦਾਸ ਆਰੰਭ ਕੀਤੀ ਜਾਂਦੀ ਹੈ। ਜੀ ਅਖੰਡ ਪਾਠ ਹੈ ਫਿਰ ਤਾਂ ਨਿਰੰਤਰ ਪਾਠ ਜਾਰੀ ਰੱਖਣਾ ਪੈਂਦਾ ਹੈ। ਜੇ ਸਹਿਜ ਪਾਠ ਰੱਖਿਆ ਹੋਇਆ ਹੈ ਫਿਰ ਅਰਦਾਸ ਕਰਕੇ ਇੱਥੋਂ ਅੱਗੇ ਬਾਣੀ ਸ਼ੁਰੂ ਕੀਤੀ ਜਾਂਦੀ ਹੈ। ਠੀਕ ਹੈ, ਅੰਗਾਂ ਦੇ ਹਿਸਾਬ ਦੇ ਨਾਲ ਭਾਵੇਂ ਕਈ ਲੋਕ ਸ਼ੰਕਾ ਕਰਦੇ ਹਨ ਵੀ ਇਹ ਅੰਗ ਵੱਧ ਘੱਟ ਹੋ ਜਾਂਦੇ ਨੇ, ਪਰ ਮਹਾਂਪੁਰ ਕਹਿੰਦੇ ਗੁਰਬਾਣੀ ਦਾ ਮੱਧ ਇਸ ਥਾਂ 'ਤੇ ਹੀ ਲੱਗਦਾ ਹੈ ਅਤੇ ਇਹੀ ਮਰਜ਼ਾਦਾ ਹੈ। ਕਈ ਪਾਠੀ ਸਿੰਘ ਜਦੋਂ ਅਖੰਡ ਪਾਠ ਚੱਲਦਾ ਹੈ ਉਹ ਇੱਥੇ ਆ ਕੇ ਪਾਠ ਰੋਕ ਲੈਂਦੇ ਨੇ। ਫਿਰ ਜਦੋਂ ਅਰਦਾਸ ਸੰਪੂਰਨ ਹੁੰਦੀ ਫਿਰ ਇਹ ਹੁਕਮਨਾਮਾ ਲੈਂਦੇ ਨੇ। ਪਰ ਇਹ ਮਰਜ਼ਾਦਾ ਸਹਿਜ ਪਾਠ ਦੀ ਹੈ ਵੀ ਫਿਰ ਸਹਿਜ ਪਾਠ ਦੀ ਅਰਦਾਸ ਕਰਕੇ ਫਿਰ ਇੱਥੋਂ ਬਾਣੀ ਅੱਗੇ ਆਰੰਭ ਕੀਤੀ ਜਾਵੇ। ਪਰ ਅਖੰਡ ਪਾਠ ਦੀ ਮਰਜ਼ਾਦਾ ਇਹੀ ਹੈ ਜਦੋਂ ਪਾਠੀ ਸਿੰਘ ਇਹ ਵਾਰ ਸ਼ੁਰੂ ਕਰੇ ਉਸ ਵੇਲੇ ਅਰਦਾਸ ਆਰੰਭ ਹੋ ਜਾਂਦੀ ਹੈ। ਫਿਰ ਜਿੱਥੇ ਪਾਠ ਚੱਲਿਆ ਜਾਵੇ ਉੱਥੋਂ ਹੀ ਹੁਕਮਨਾਮਾ ਲਿਆ ਜਾਂਦਾ ਹੈ। ਇਹੀ ਦਮਦਮੀ ਟਕਸਾਲ ਸੰਪਰਦਾਇ ਪਿੰਡਰਾਂ ਦੇ ਵਿੱਚ ਮਰਜ਼ਾਦਾ ਚੱਲਦੀ ਆ ਰਹੀ ਹੈ। ਹੁਣ ਆਰੰਭ ਤੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜੈਤ ਸ੍ਰੀ ਮਹੱਲਾ 5ਵਾਂ। ਜੈਤ ਸ੍ਰੀ ਭਾਵੇਂ ਸੰਗੀਤ ਅਨੁਸਾਰ ਰਾਗਣੀ ਹੈ ਪਰ ਗੁਰੂ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਰਾਗ ਰਾਗਣੀ ਦਾ ਭੇਦ ਨਹੀਂ ਰੱਖਿਆ। ਹਰ ਰਾਗਣੀ ਨੂੰ ਹੀ ਰਾਗ ਸ਼ਬਦ ਦੁਆਰਾ ਹੀ ਸੰਬੋਧਨ ਕੀਤਾ ਹੈ। ਆਮ ਤੌਰ 'ਤੇ ਜਿਹੜੇ ਪਾਠੀ ਗ੍ਰੰਥੀ ਸਿੰਘ ਨੇ ਉਹ ਵੀ ਚਾਹੇ ਰਾਗਣੀ ਹੈ ਚਾਹੇ ਰਾਗ ਹੋਵੇ ਉਹਨੂੰ ਰਾਗ ਸ਼ਬਦ ਦੁਆਰਾ ਹੀ ਸੰਬੋਧਨ ਕਰਦੇ ਨੇ ਵੀ ਹੁਣ ਜੈ ਸ੍ਰੀ ਰਾਗ ਦੇ ਵਿੱਚ ਪਾਠ ਚੱਲ ਰਿਹਾ ਹੈ। ਜਿਹੜੇ ਰਾਗੀ ਸਿੰਘ ਨੇ ਉਹਨਾਂ ਦੇ ਮੁਤਾਬਕ ਰਾਗ ਰਾਗਣੀਆਂ ਮੰਨੀਆਂ ਗਈਆਂ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੈ ਸ੍ਰੀ ਰਾਗ ਦੇ ਵਿੱਚ ਮਹੱਲਾ 5ਵਾਂ 5ਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਇਹ ਪਵਿੱਤਰ ਉਪਦੇਸ਼ ਅੰਮ੍ਰਿਤ ਰੂਪ ਬਾਣੀ ਉਚਾਰਨ ਕਰ ਰਹੇ ਹਨ ਵਾਰ ਸ਼ਲੋਕਾਂ ਨਾਲ। ਇਹ ਜਿਹੜੀ ਵਾਰ ਹੈ ਸ਼ਲੋਕਾਂ ਦੇ ਨਾਲ ਹਾਜ਼ੂਰ ਨੇ ਉਚਾਰਨ ਕੀਤੀ ਅਤੇ ਲਿਖੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਨੇ।
ਕਈ ਵਾਰਾਂ ਦੇ ਵਿੱਚ ਸ਼ਲੋਕ ਮਿਸ਼ਰਤ ਨੇ, ਕਈਆਂ ਦੀਆਂ ਪੌੜੀਆਂ ਵੀ ਪੌੜੀ 9ਵੀਂ ਮਹੱਲਾ 5ਵਾਂ ਦੇ ਸਿਰਲੇਖ ਹੇਠ ਦੂਜੇ ਸਤਿਗੁਰੂ ਸਾਹਿਬਾਨ ਦੀਆਂ ਲਿਖੀਆਂ ਹੋਈਆਂ ਨੇ। ਕੁਝ ਵਾਰਾਂ ਦੇ ਸ਼ਲੋਕ ਤੇ ਪੌੜੀਆਂ ਇੱਕੋ ਹੀ ਸਰੂਪ ਦੇ ਵਿੱਚ ਵੀ ਲਿਖੇ ਹੋਏ ਨੇ। ਇਸ ਵਾਰ ਦੇ ਵਿੱਚ ਪਹਿਲਾ ਮਹੱਲਾ ਲਿਖਿਆ, ਫਿਰ ਇਕੱਲਾ ਸ਼ਲੋਕ ਤੇ ਫਿਰ ਪੌੜੀ ਸ਼ਬਦ ਲਿਖਿਆ ਹੋਇਆ। ਸ਼ਲੋਕ ਵੀ ਕਾਵ ਰਚਨਾ ਵਿੱਚ ਛੰਦ ਦਾ ਨਾਮ ਹੈ ਤੇ ਪੌੜੀ ਵੀ ਛੰਦ ਦਾ ਨਾਮ ਹੈ। ਇਹ ਵਾਰ ਸ਼ਲੋਕਾਂ ਦੇ ਨਾਲ ਗੁਰੂ ਮਹਾਰਾਜ ਨੇ ਲਿਖੀ ਹੈ। ਇਸ ਵਾਰ ਦੀ ਜਿਹੜੀ ਭਾਸ਼ਾ ਸ਼ੈਲੀ ਹੈ ਉਹ ਵੀ ਬੜੀ ਵਿਲੱਖਣ ਹੈ। ਵਿਦਵਾਨਾਂ ਦੇ ਖਿਆਲਾਂ ਦੇ ਮੁਤਾਬਕ ਪਹਿਲਾ ਸ਼ਲੋਕ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਗੁਰੂ ਮਹਾਰਾਜ ਨੇ ਉਚਾਰਨ ਕੀਤਾ, ਦੂਸਰਾ ਸ਼ਲੋਕ ਲਹਿੰਦੇ ਦੇਸ਼ ਦੀ ਬੋਲੀ ਅਨੁਸਾਰ ਉਚਾਰਨ ਕੀਤਾ ਤੇ ਪੌੜੀ ਵਿੱਚ ਠੇਠ ਜਿਹੜੀ ਪੰਜਾਬੀ ਬੋਲੀ ਹੈ ਉਹਦੇ ਵਿੱਚ ਉਪਦੇਸ਼ ਦਿੱਤਾ। ਸਿਧਾਂਤ ਸ਼ਲੋਕ ਤੇ ਪੌੜੀਆਂ ਦਾ ਇੱਕੋ ਹੀ ਹੈ, ਪਰ ਭਾਸ਼ਾ ਦੇ ਵਿੱਚ ਗੁਰੂ ਮਹਾਰਾਜ ਨੇ ਫਰਕ ਜ਼ਰੂਰ ਰੱਖਿਆ। ਹੁਣ ਅੱਗੇ ਮੰਗਲਾਚਰਨ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ? ਇੱਕ ਅਦਵੈਤ ਸਰੂਪ ਹੈ। ਅਦਵੈਤ ਕਿਸ ਨੂੰ ਕਹਿੰਦੇ ਨੇ? ਜਿਹੜਾ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੋਵੇ, ਦੇਸ਼ ਕਾਲ ਵਸਤੂ ਕਰਕੇ ਪ੍ਰਛੇਦ ਨਾ ਹੋਵੇ, ਉਹਨੂੰ ਅਦਵੈਤ ਕਹਿੰਦੇ ਨੇ। ਇੱਕ ਓੰਕਾਰ ਲਿਖਣ ਦੀ ਸ਼ੈਲੀ ਵੀ ਬੜੀ ਅਪੂਰਵ ਹੈ। ਪਹਿਲਾਂ ਏਕਾ ਅੰਕ ਹੈ, ਫਿਰ ਊੜਾ ਹੈ, ਫਿਰ ਉਹਦੇ ਉੱਤੇ ਕਾਰ ਇੱਕ ਲਕੀਰ ਜਿਹਨੂੰ ਆਪਾਂ ਲਾਈਨ ਵੀ ਕਹਿ ਦਿੰਦੇ ਹਾਂ, ਉਹ ਉਹਦੇ ਉੱਪਰ ਲਾਈ ਹੋਈ ਹੈ। ਇੱਕ ਓੰਕਾਰ ਨੂੰ ਕੇਵਲ ਅੱਖਰਾਂ ਦੇ ਵਿੱਚ ਹੀ ਨਹੀਂ ਲਿਖਿਆ ਗਿਆ, ਇਹਦੇ ਪਿੱਛੇ ਵੀ ਇੱਕ ਬਹੁਤ ਡੂੰਘੀ ਫਿਲਾਸਫੀ ਹੈ। ਉਹ ਕੀ ਹੈ? ਗੁਰੂ ਕਾਲ ਦੇ ਵਿੱਚ 3 ਕਿਸਮ ਦੀ ਵਿਦਿਆ ਪ੍ਰਚਲਿਤ ਹੋ ਚੁੱਕੀ ਸੀ। ਸਭ ਤੋਂ ਪਹਿਲਾਂ ਗਣਿਤ ਵਿਦਿਆ ਸੀ, ਜਿਸ ਦੇ ਵਿੱਚ ਸਾਰਾ ਹਿਸਾਬ ਕਿਤਾਬ ਕੀਤਾ ਜਾਂਦਾ ਹੈ। ਦੂਸਰੀ ਅਲਫਾਜ਼ੀ ਵਿਦਿਆ ਸੀ, ਜਿਸ ਦਾ ਅੱਖਰਾਂ ਦੇ ਨਾਲ ਵਰਣਮਾਲਾ ਦੇ ਨਾਲ ਸੰਬੰਧ ਸੀ। ਤੀਸਰੀ ਇਸ਼ਾਰਾ ਵਿਦਿਆ ਸੀ, ਜਿਸ ਨੂੰ ਸੰਕੇਤਕ ਵਿਦਿਆ ਵੀ ਆਖਿਆ ਜਾਂਦਾ ਸੀ, ਉਹ ਵੀ ਆਰੰਭ ਹੋ ਚੁੱਕੀ ਸੀ। ਤੇ ਗੁਰੂ ਮਹਾਰਾਜ ਨੇ 3 ਕਿਸਮ ਦੀ ਵਿਦਿਆ ਨੂੰ ਸਫਲ ਕੀਤਾ। ਪਹਿਲਾਂ ਇੱਕ ਅੰਕ ਲਿਖ ਕੇ ਗਣਿਤ ਵਿਦਿਆ ਦੀ ਗੁਰੂ ਮਹਾਰਾਜ ਨੇ ਮਹੱਤਤਾ ਨੂੰ ਕਾਇਮ ਕਰ ਦਿੱਤਾ। ਫਿਰ ਊੜਾ ਖੁੱਲ੍ਹੇ ਮੂੰਹ ਵਾਲਾ ਲਿਖ ਕੇ ਜੋ ਅਲਫਾਜ਼ੀ ਵਿਦਿਆ ਸੀ, ਉਹਦੀ ਵਰਣਮਾਲਾ ਨੂੰ ਵੀ ਗੁਰੂ ਮਹਾਰਾਜ ਨੇ ਸਤਿਕਾਰ ਦੇ ਦਿੱਤਾ। ਤੇ ਜਿਹੜੀ ਉੱਪਰ ਕਾਰ ਹੈ ਉਹ ਇਸ਼ਾਰਾ ਵਿਦਿਆ ਦੀ ਪ੍ਰਤੀਕ ਹੈ। ਸੰਕੇਤਕ ਵਿਦਿਆ ਨੂੰ ਵੀ ਗੁਰੂ ਮਹਾਰਾਜ ਨੇ ਪ੍ਰਵਾਨਗੀ ਦਿੱਤੀ ਹੈ। ਇਸ ਢੰਗ ਦੇ ਨਾਲ ਇਹ ਗੁਰੂ ਮਹਾਰਾਜ ਨੇ ਇੱਕ ਓੰਕਾਰ ਜੋ ਲਿਖਿਆ ਹੈ, ਇਹਦੀ ਵੀ ਇੱਕ ਬੜੀ ਅਪੂਰਵ ਬੜੀ ਅਲੌਕਿਕ ਫਿਲਾਸਫੀ ਮੰਨੀ ਗਈ ਹੈ। ਹੁਣ ਇਹਦੇ ਅਰਥ ਨੇ, ਇੱਕ ਤੋਂ ਭਾਵ ਹੈ ਉਹ ਵਾਹਿਗੁਰੂ ਇੱਕੋ ਇੱਕ ਅਦਵੈਤ ਸਰੂਪ ਹੈ, ਲਾਸਾਨੀ ਹੈ, ਬੇਮਿਸਾਲ ਹੈ, ਜਿਸ ਨੂੰ ਇਸਲਾਮ ਵਾਲੇ ਵਾਹਦ ਕਹਿੰਦੇ ਨੇ। ਜਿਸ ਵਰਗਾ ਕੋਈ ਹੋਰ ਨਾ ਹੋਵੇ, ਉਹਨੂੰ ਇੱਕ ਆਖਿਆ ਜਾਂਦਾ ਹੈ। ਓੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੈ ਸੋ ਵਾਰਤੀ ਹੋਏ। ਜਿੰਨੇ ਵੀ ਰਿਸ਼ੀ ਮੁਨੀ ਮਹਾਂਪੁਰਖ ਪੀਰ ਪੈਗੰਬਰ ਅਵਤਾਰ ਹੋਏ ਨੇ, ਉਹਨਾਂ ਨੂੰ ਜਦੋਂ ਅਨੁਭਵ ਹੋਇਆ, ਜਾਂ ਇਉਂ ਕਹਿ ਲਓ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਝਲਕ ਦਿਖਾਈ ਦਿੱਤੀ, ਤਾਂ ਉਹਨਾਂ ਨੇ ਉਸ ਨੂੰ ਨੂਰ, ਗਿਆਨ, ਚੇਤਨ, ਪ੍ਰਕਾਸ਼, ਚਾਨਣ ਦਾ ਇਨਾਮ ਦਿੱਤਾ। ਤੇ ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਨੂੰ ਜੋਤ ਸਰੂਪ ਬਾਣੀ ਵਿੱਚ ਵਰਣਨ ਕੀਤਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਲਗੀਧਰ ਪਾਤਸ਼ਾਹ ਨੇ ਵੀ ਉਸ ਅਕਾਲ ਪੁਰਖ ਨੂੰ ਜਾਗਤ ਜੋਤ ਦੇ ਨਾਮ ਦੇ ਨਾਲ
ਸੰਬੋਧਨ ਕੀਤਾ, ਜਾਗਤ ਜੋਤ ਜਪੈ ਨਿਸਬਾਸਰ। ਤੇ ਗੁਰੂ ਮਹਾਰਾਜ ਨੇ ਉਸ ਜਾਗਤ ਜੋਤ ਨੂੰ ਅੱਗੇ ਜਨਾਉਣ ਦੇ ਲਈ ਓਂਕਾਰ ਸ਼ਬਦ ਵਰਤਿਆ। ਓਂਕਾਰ ਦੇ 63 ਪ੍ਰਕਾਰ ਦੇ ਭੇਦ ਪ੍ਰਾਚੀਨ ਵਿਦਵਾਨਾਂ ਨੇ ਮੰਨੇ ਸਨ, ਪਰ ਗੁਰੂ ਮਹਾਰਾਜ ਨੇ ਪਹਿਲਾਂ ਏਕਾ ਲਿਖ ਕੇ ਉਹ ਸਾਰੇ ਭੇਦ ਖਤਮ ਕਰਕੇ ਇਹ ਗੱਲ ਸਮਝਾ ਦਿੱਤੀ ਵੀ ਉਹ ਵਾਹਿਗੁਰੂ ਇੱਕ ਹੈ, ਉਹਦੇ ਵੱਖੋ ਵੱਖਰੇ ਭੇਦ ਨਹੀਂ ਹੋ ਸਕਦੇ। ਉਹ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਇਹ ਅਰਥ ਮਹਾਂਪੁਰਖ ਸੰਕੇਤੀ ਅਰਥ ਕਰਦੇ ਸਨ। ਦੂਜਾ ਅਰਥ ਇਉਂ ਵੀ ਕਰਦੇ ਸਨ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਰੂਪ ਵਾਹਿਗੁਰੂ ਸਤ ਨਾਸ ਤੋਂ ਰਹਿਤ ਹੈ ਤੇ ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਇੱਕ ਓਂਕਾਰ ਇਹਨਾਂ ਅੱਖਰਾਂ ਤੇ ਅੰਕਾਂ ਦੇ ਵਿੱਚ ਉਸ ਵਾਹਿਗੁਰੂ ਦੇ ਸਰੂਪ ਦਾ ਨਿਰਣਾ ਕਰ ਦਿੱਤਾ। ਸਤ ਉਹਦਾ ਵਿਸ਼ੇਸ਼ਣ ਲਿਖ ਦਿੱਤਾ, ਉਹਦੀ ਪ੍ਰਾਪਤੀ ਦਾ ਸਾਧਨ ਗੁਰ ਪ੍ਰਸਾਦ ਵੀ ਦੱਸ ਦਿੱਤਾ। ਪੂਰੀ ਗੁਰਮਤਿ ਦੀ ਫਿਲਾਸਫੀ ਇਹਨਾਂ ਥੋੜ੍ਹੇ ਜਿਹੇ ਅੱਖਰਾਂ ਦੇ ਵਿੱਚ ਹੀ ਆ ਗਈ। ਹੁਣ ਅੱਗੇ ਗਰੀਬਨਵਾਜ ਸਤਿਗੁਰੂ ਜੀ ਬਾਣੀ ਆਰੰਭ ਕਰਨ ਲੱਗੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਇੱਕ ਵਿਚਾਰ ਹੋਰ ਵੀ ਦਾਸ ਨੂੰ ਸਮਝ ਵਿੱਚ ਆਈ ਹੈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਜਦੋਂ ਵੱਡੇ ਮਹਾਂਪੁਰਖਾਂ ਦੇ ਨਗਰ ਅਖਾੜੇ ਵਿੱਚ ਗਏ ਹਨ, ਉਸ ਵੇਲੇ ਪਹਿਲੀ ਵਾਰ ਇਹਨਾਂ ਦੋਨਾਂ ਮਹਾਂਪੁਰਖਾਂ ਦਾ ਮਿਲਾਪ ਹੋਇਆ ਸੀ। ਉਸ ਦਾ ਕਾਰਨ ਕੀ ਬਣਿਆ? ਵੱਡੇ ਮਹਾਂਪੁਰਖਾਂ ਨੇ ਇਸ ਪਾਵਨ ਸ਼੍ਰੀ ਮੁਖ ਵਾਕ ਦੀ ਕਥਾ ਕੀਤੀ ਤੇ ਇਹਨਾਂ ਮਹਾਂਪੁਰਖਾਂ ਨੇ ਉਸ ਨੂੰ ਬੜੇ ਪ੍ਰੇਮ ਨਾਲ, ਸ਼ਰਧਾ ਦੇ ਨਾਲ, ਬੜੇ ਗੌਹ ਦੇ ਨਾਲ, ਬੜੀ ਜਿਗਿਆਸਾ ਸਹਿਤ, ਬੜੀ ਇਕਾਗਰਤਾ ਦੇ ਨਾਲ ਸਰਵਣ ਕੀਤਾ। ਉਸ ਦਾ ਮਨ 'ਤੇ ਡੂੰਘਾ ਪ੍ਰਭਾਵ ਪਿਆ। ਫਿਰ ਮਨ ਹੀ ਮਨ ਦੇ ਵਿੱਚ ਫੈਸਲਾ ਕੀਤਾ ਵੀ ਇਹਨਾਂ ਮਹਾਂਪੁਰਖਾਂ ਤੋਂ ਹੁਣ ਆਪਾਂ ਉਪਦੇਸ਼ ਲੈਣਾ। ਜਦੋਂ ਮਹਾਂਪੁਰਖ ਕਥਾ ਕਰਕੇ ਆਸਨ 'ਤੇ ਆਏ, ਉਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਗਿਆਸੂ ਰੂਪ ਦੇ ਵਿੱਚ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ, ਹੱਥ ਜੋੜ ਕੇ ਬੜੇ ਵੈਰਾਗ ਤੇ ਪ੍ਰੇਮ ਦੇ ਵਿੱਚ ਬੇਨਤੀ ਕਰਨ ਲੱਗੇ ਕਿ ਮਹਾਂਪੁਰਖੋ, ਤੁਸੀਂ ਮੈਨੂੰ ਨਾਮਦਾਨ ਬਖਸ਼ੋ। ਇਹ ਬਚਨ ਸੁਣ ਕੇ ਵੱਡੇ ਮਹਾਂਪੁਰਖ ਕਹਿਣ ਲੱਗੇ, ਗਿਆਨੀ ਗੁਰਬਚਨ ਸਿੰਘ ਜੀ, ਤੁਸੀਂ 5 ਪਿਆਰਿਆਂ ਤੋਂ ਅੰਮ੍ਰਿਤ ਛਕੋ, ਅਸੀਂ ਆਪ 5 ਪਿਆਰਿਆਂ ਵਿੱਚ ਸ਼ਾਮਲ ਹੋਵਾਂਗੇ। ਇਹ ਗੁਰਮਤਿ ਦੀ ਮਰਜ਼ਾਦਾ ਹੈ। ਕੋਈ ਇਕੱਲਾ ਕਿਸੇ ਨੂੰ ਨਾਮ ਨਹੀਂ ਦੇ ਸਕਦਾ, ਨਾ ਹੀ ਅੰਮ੍ਰਿਤ ਛਕਾ ਸਕਦਾ ਅਤੇ ਨਾ ਹੀ ਕੋਈ ਕਿਸੇ ਨੂੰ ਦੀਖਿਆ ਮੰਤਰ ਦੇ ਸਕਦਾ। ਅਤੇ ਫਿਰ ਮਹਾਂਪੁਰਖਾਂ ਨੇ 5 ਪਿਆਰਿਆਂ ਤੋਂ, ਮਹਾਂਪੁਰਖ ਵੀ 5 ਪਿਆਰਿਆਂ ਦੇ ਵਿੱਚ ਹੀ ਲੱਗੇ ਸਨ, ਅੰਮ੍ਰਿਤ ਪਾਨ ਕੀਤਾ ਸੀ। ਉਸ ਵੇਲੇ 18 ਸਾਲ ਦੇ ਕਰੀਬ ਉਮਰ ਦੱਸੀ ਜਾਂਦੀ ਹੈ। ਇਹੀ ਸ਼ਬਦ ਦੀ ਕਥਾ ਸੁਣ ਕੇ ਮਹਾਂਪੁਰਖਾਂ ਦਾ ਜੀਵਨ ਪਲਟਿਆ ਸੀ। ਮਹਾਂਪੁਰਖਾਂ ਦੇ ਨਾਲ ਪਿਛਲਾ ਪ੍ਰੇਮ ਪੈਦਾ ਹੋਇਆ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਪੁਰਖ ਰਸਕ ਬਹਿ ਰਾਖੀ। ਅਤੇ ਇੱਥੋਂ ਹੀ ਅੱਗੇ ਮਹਾਂਪੁਰਖਾਂ ਦਾ ਨਵਾਂ ਜੀਵਨ, ਗੁਰਮੁਖਾਂ ਵਾਲਾ ਜੀਵਨ ਆਰੰਭ ਹੁੰਦਾ ਹੈ। ਸੋ ਰਹੁ ਵਿਚਾਰ। ਹੁਣ ਇਸ ਸ਼ਲੋਕ ਕਾਵਿ ਰਚਨਾ ਵਿੱਚ ਛੰਦ ਦਾ ਨਾਮ ਹੈ।
ਦੋਹਰੇ ਵਾਂਗੂ ਦੋ ਪੰਕਤੀਆਂ ਵਾਲਾ ਇਹ ਛੰਦ ਹੁੰਦਾ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਾ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ। ਸਿਮਰੰਤ ਸੰਤ ਸਰਬੱਤਾ ਰਮਣੰ ਅਨਵੇਂ ਕਰਕੇ ਅਰਥ ਲੱਗੇਗਾ ਜਿਹੜੇ ਵਾਹਿਗੁਰੂ ਦੇ ਸੰਤ ਨੇ। ਕਿਹੜੇ ਸੰਤ? ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਜਿਹਾ। ਐਸੇ ਜਿਹੜੇ ਮਹਾਂਪੁਰਖ ਨੇ ਵੀ ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਰਬੱਤਾ ਰਮਣ ਸਰਵ ਵਿਆਪਕ ਸਮਝ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਨੇ। ਉਹਨਾਂ ਦਾ ਨਿਸ਼ਚਾ ਕੀ ਹੁੰਦਾ ਹੈ? ਆਦਿ ਪੂਰਨ। ਆਦਿ ਉਹ ਸਮਾਂ ਜਦੋਂ ਸੰਸਾਰ ਨਹੀਂ ਸੀ ਬਣਿਆ। ਅਰਬਦ ਨਰਬਦ ਧੁੰਦੂ ਕਾਰਾ, ਤਰਨ ਨਾ ਗਗਨਾ ਹੁਕਮਾ ਪਾਰਾ। ਉਹ ਸਮੇਂ ਜਦੋਂ ਕੁਝ ਵੀ ਨਹੀਂ ਸੀ, ਉਸ ਵੇਲੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਸੀ। ਮੱਧ ਪੂਰਨ। ਮੱਧ ਜਦੋਂ ਕਾਲ ਦੀ ਸਿਰਜਣਾ ਹੋਈ ਤੇ ਸੰਸਾਰ ਦੀ ਰਚਨਾ ਹੋਈ, ਉਹਨੂੰ ਮੱਧ ਕਹਿੰਦੇ ਨੇ। ਜਦੋਂ ਸੰਸਾਰ ਨਹੀਂ ਸੀ ਬਣਿਆ, ਉਸ ਵੇਲੇ ਵੀ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਸੀ। ਤੇ ਹੁਣ ਮੱਧ ਕਾਲ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦੇ ਵਿੱਚ ਪਰਿਪੂਰਨ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਾਰਨ ਮਾਹੀ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਅੰਤ ਪੂਰਨ ਪਰਮੇਸ਼ਰ ਹੈ ਤੇ ਅੰਤ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋਵੇਗਾ। ਮੂਲ ਮੰਤਰ ਵਿੱਚ ਫਰਮਾਇਆ ਹੈ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹੈ ਵੀ ਹੋਵਨਹਾਰਾ। ਉਹ ਵਾਹਿਗੁਰੂ ਤਿੰਨੇ ਕਾਲਾਂ ਵਿੱਚ ਤੇ ਸੰਧੀ ਕਾਲਾਂ ਦੇ ਵਿੱਚ ਪਰਿਪੂਰਨ ਹੈ। ਇਹ ਜਾਣ ਕੇ ਸਿਮਰੰਤ ਸੰਤ ਸਰਬੱਤਾ ਰਮਣ ਜਿਹੜੇ ਸੰਤ ਨੇ ਉਹ ਵਾਹਿਗੁਰੂ ਨੂੰ ਸਰਵ ਵਿਆਪਕ ਸਮਝ ਕੇ, ਦੇਸ਼ ਕਾਲ ਵਸਤੂ ਤਿੰਨ ਚੀਜ਼ਾਂ ਦਾ ਸੰਸਾਰ ਬਣਿਆ, ਇਹਨਾਂ ਸਾਰਿਆਂ ਵਿੱਚ ਹੀ ਵਾਹਿਗੁਰੂ ਨੂੰ ਵਿਆਪਕ ਸਮਝ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਉਹ ਵਾਹਿਗੁਰੂ ਕੈਸਾ ਹੈ? ਨਾਨਕ ਅਗਨਾਸਨ ਜਗਦੀਸ਼ਰ ਹੈ। ਉਹ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਸਾਰੇ ਜਗਤ ਦਾ ਈਸ਼ਵਰ ਮਾਲਕ ਵੀ ਹੈ। ਸਾਰੇ ਸੰਸਾਰ ਦਾ ਉਹ ਸੁਆਮੀ ਵੀ ਹੈ। ਆਦਿ ਪੂਰਨ। ਸਮਸ਼ਟੀ ਭੇਦ ਕਰਕੇ, ਪਹਿਲਾਂ ਤੁਸੀਂ ਅਰਥ ਸੁਣੇ, ਵਿਅਸ਼ਟੀ ਭੇਦ ਕਰਕੇ ਆਦਿ ਪੂਰਨ। ਜਦੋਂ ਸਾਡਾ ਸਰੀਰ ਨਹੀਂ ਸੀ, ਉਸ ਵੇਲੇ ਵੀ ਸਾਡੇ ਅੰਦਰ ਵਾਹਿਗੁਰੂ ਦੀ ਜੋਤ, ਉਹਦੀ ਆਤਮਾ ਪਰਿਪੂਰਨ ਸੀ। ਮੱਧ ਪੂਰਨ। ਜਿੰਨਾ ਚਿਰ ਹੁਣੇ ਸਾਡਾ ਸਰੀਰ ਹੈ, ਜਨਮ ਤੋਂ ਲੈ ਕੇ ਮੌਤ ਤੱਕ, ਇਹਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਸਾਡੇ ਸਰੀਰ ਵਿੱਚ ਪਰਿਪੂਰਨ ਹੋ ਰਿਹਾ ਹੈ। ਅੰਤ ਪੂਰਨ ਪਰਮੇਸ਼ਰ ਹੈ। ਜਦੋਂ ਸਰੀਰ ਦਾ ਅੰਤ ਹੋ ਜਾਂਦਾ ਹੈ, ਉਸ ਵੇਲੇ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੌਜੂਦ ਰਹਿੰਦਾ। ਜਿਵੇਂ ਕੋਈ ਘੜਾ ਹੁੰਦਾ ਹੈ, ਜਦੋਂ ਉਹ ਘੜਾ ਨਹੀਂ ਬਣਿਆ ਹੁੰਦਾ, ਆਕਾਸ਼ ਪਹਿਲਾਂ ਵੀ ਹੁੰਦਾ। ਜਦੋਂ ਘੜਾ ਬਣ ਜਾਂਦਾ, ਜਿੰਨਾ ਚਿਰ ਘੜਾ ਰਹਿੰਦਾ ਉਹਨਾਂ ਚਿਰ ਵੀ ਆਕਾਸ਼ ਘੜੇ ਦੇ ਵਿੱਚ ਹੀ ਮੌਜੂਦ ਰਹਿੰਦਾ। ਜਦੋਂ ਘੜਾ ਟੁੱਟ ਜਾਵੇ ਤੇ ਫਿਰ ਉਹ ਆਕਾਸ਼ ਫਿਰ ਵੀ ਹਮੇਸ਼ਾ ਪਰਿਪੂਰਨ ਹੀ ਰਹਿੰਦਾ। ਇਸੇ ਤਰ੍ਹਾਂ ਸਰੀਰ ਦੇ ਜਨਮ ਦੇ ਨਾਲ ਜਾਂ ਸਰੀਰ ਦੇ ਮਰਨ ਦੇ ਨਾਲ ਆਤਮਾ ਨਹੀਂ ਮਰਦੀ। ਮਰਨ ਹਾਰੇ ਜੀਗਰਾ ਨਾਹੀਂ। ਇਸੇ ਲਈ ਤਾਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ, ਸਾਧ ਸੰਗ ਤੇ ਨੀ ਦਰਸ਼ਨ ਪਾਇਆ। ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਦਾ। ਬ੍ਰਹਮ ਗਿਆਨੀ ਹਮੇਸ਼ਾ ਲਈ ਜਿਉਂਦਾ ਰਹਿੰਦਾ ਹੈ, ਉਹ ਕਦੀ ਮਰਦਾ ਹੀ ਨਹੀਂ ਹੈ। ਆਤਮਾ ਸਾਡੀ ਵੀ ਅਮਰ ਹੈ, ਪਰ ਸਾਡੇ ਆਮ ਲੋਕਾਂ ਦਾ ਇਹ ਭੁਲੇਖਾ ਹੈ ਵੀ ਜਦੋਂ ਸਰੀਰ ਮਰਦਾ ਨਾ ਤੇ ਆਤਮਾ ਵੀ ਨਾਲ ਹੀ ਮਰ ਜਾਂਦੀ ਹੈ। ਸਾਡਾ ਇਹ ਭੁਲੇਖਾ ਹੈ, ਪਰ ਨਹੀਂ। ਸਤਿਗੁਰੂ ਕਹਿੰਦੇ ਨੇ, ਪਵਨਾ ਮੈਂ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ।
ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੂੰ ਚਲਤ ਪਿਆ। ਇਹ ਤੇ ਵਾਹਿਗੁਰੂ ਦਾ ਇੱਕ ਚਰਿੱਤਰ ਹੈ, ਕੌਤਕ ਹੈ। ਸਾਡੇ ਸਰੀਰ ਵਿੱਚ ਰੂਹ ਪ੍ਰਵੇਸ਼ ਹੁੰਦੀ ਹੈ ਤੇ ਫਿਰ ਉਹ ਨਿਕਲ ਜਾਂਦੀ, ਜਿਹਨੂੰ ਆਪਾਂ ਮੌਤ ਕਹਿੰਦੇ ਹਾਂ। ਰੂਹ ਨਹੀਂ ਮਰਦੀ, ਸਰੀਰ ਬਣਿਆ ਇਹ ਜੜ ਹੈ। ਉਸ ਰੂਹ ਦੇ ਕਾਰਨ ਇਹ ਸਰੀਰ ਚੇਤਨ ਹੁੰਦਾ ਹੈ, ਕਿਰਿਆ ਕਰਦਾ। ਜਦੋਂ ਰੂਹ ਨਿਕਲ ਜਾਂਦੀ ਹੈ ਤੇ ਫਿਰ ਉਹ ਰੂਹ ਤੇ ਕਿਸੇ ਹੋਰ ਥਾਂ ਤੇ ਪਹੁੰਚ ਜਾਂਦੀ ਹੈ ਤੇ ਬਾਕੀ ਸਰੀਰ ਇੱਥੇ ਰਹਿ ਜਾਂਦਾ ਹੈ। ਉਹਨੂੰ ਆਪਾਂ ਸੰਸਕਾਰ ਦਿੰਦੇ ਹਾਂ, ਕਿ ਉਸ ਨੂੰ ਦਫਨਾ ਦਿੰਦੇ ਨੇ, ਵੱਖੋ ਵੱਖਰੀ ਮਰਜ਼ਾਦਾ ਹੈ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਸਰੀਰ ਤੋਂ ਪਹਿਲਾਂ ਵੀ, ਸਰੀਰ ਦੇ ਜੀਵਨ ਕਾਲ ਦੇ ਵਿੱਚ ਵੀ, ਸਰੀਰ ਦੇ ਨਾਸ ਹੋਣ ਤੋਂ ਬਾਅਦ ਵੀ ਉਹ ਆਤਮਾ ਨੂੰ ਪਰਿਪੂਰਨ ਹੀ ਸਮਝਦੇ ਨੇ। ਕਹਿੰਦੇ ਵੀ ਉਹ ਕਦੀ ਨਾਸ ਨਹੀਂ ਹੁੰਦਾ। ਇਸੇ ਤਰ੍ਹਾਂ ਹੋਰ ਅਰਥ ਵੀ ਮਹਾਂਪੁਰਖ ਕਰਦੇ ਸਨ, ਆਦਿ ਪੂਰਨ ਮੱਧ ਪੂਰਨ। ਜਦੋਂ ਪਰਾ ਬਾਣੀ ਤੋਂ ਸਵਾਸ ਪੈਦਾ ਹੁੰਦਾ ਹੈ, ਉਸ ਆਦਿ ਸਮੇਂ ਵੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਵਾਹਿਗੁਰੂ ਦਾ ਸਿਮਰਨ ਕਰੋ। ਤੇ ਮਹਾਂਪੁਰਖ ਐਸਾ ਕਰਦੇ ਵੀ ਨੇ, ਪਰਾ ਬਾਣੀ ਦੁਆਰਾ, ਜਿਹਨੂੰ ਸਿਮਰਨ ਕਰਨਾ ਕਹਿੰਦੇ ਨੇ। ਤੇ ਫਿਰ ਜਦੋਂ ਮੱਧ ਕਾਲ ਭਾਵ ਉਹ ਸਵਾਸ ਨਾਭੀ ਤੋਂ ਉੱਠ ਕੇ ਸਾਡੇ ਹਿਰਦੇ ਵਿੱਚ ਆਉਂਦੇ ਨੇ, ਫਿਰ ਕੰਠ ਵਿੱਚ ਆਉਂਦੇ ਨੇ, ਫਿਰ ਮੂੰਹ ਜਾਂ ਨੱਕ ਵਿੱਚੋਂ ਦੀ ਬਾਹਰ ਨਿਕਲਦੇ ਨੇ। ਤੇ ਉਸ ਵੇਲੇ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਤੇ ਅੰਤ ਪੂਰਨ ਪਰਮੇਸ਼ਰ ਹੈ। ਜਿੱਥੇ ਜਾ ਕੇ ਸਵਾਸ ਖਤਮ ਹੁੰਦੇ ਨੇ ਜਾਂ ਸਵਾਸਾਂ ਦੀ ਜਿਹੜੀ ਕੋਈ ਗਤੀ ਹੈ ਉਹ ਖਤਮ ਹੁੰਦੀ ਹੈ, ਤੇ ਉੱਥੇ ਵੀ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਮਹਾਂਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਅਥਵਾ ਆਦਿ ਪੂਰਨ ਜਦੋਂ ਮਨ ਦੇ ਵਿੱਚੋਂ ਫੁਰਨਾ ਉੱਠਦਾ, ਉਸ ਵੇਲੇ ਵੀ ਰੱਬ ਦੇ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਜਿੰਨਾ ਚਿਰ ਫੁਰਨਾ ਬਣਿਆ ਰਹਿੰਦਾ ਮੱਧਕਾਲ, ਉਸ ਵਿੱਚ ਵੀ ਸਿਮਰਨ ਹੀ ਕਰਦੇ ਰਹਿੰਦੇ ਨੇ। ਤੇ ਜਦੋਂ ਫੁਰਨੇ ਦਾ ਅੰਤ ਹੁੰਦਾ ਹੈ, ਉਸ ਵੇਲੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੀ ਕਰਦੇ ਰਹਿੰਦੇ ਨੇ। ਫੁਰਨਾ ਆਪਣੀ ਥਾਂ ਚੱਲਦਾ ਹੈ, ਪਰ ਅੰਦਰ ਉਹਨਾਂ ਦੇ ਵਾਹਿਗੁਰੂ ਦਾ ਸਿਮਰਨ ਵੀ ਚੱਲਦਾ ਰਹਿੰਦਾ। ਸਿਮਰੰਤ ਸੰਤ ਸਰਬੱਤਾ ਰਮਣ ਨਾਨਕ ਅਗਨਾਸਨ ਜਗ ਦਿਸਰਾ ਹੈ। ਉਹ ਵਾਹਿਗੁਰੂ ਉਸ ਅਕਾਲ ਪੁਰਖ ਨੂੰ, ਉਹ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਰਵ ਵਿਆਪਕ ਸਮਝ ਕੇ ਉਹਦਾ ਸਿਮਰਨ ਕਰਦੇ ਹਨ। ਤੇ ਸਮਝਦੇ ਨੇ ਉਹ ਵਾਹਿਗੁਰੂ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਜਗਤ ਦਾ ਈਸ਼ਵਰ ਮਾਲਕ ਹੈ। ਭੇਖਣ ਸੁਣਨ ਸੁਨਾਵਣੋ, ਮਨ ਮਹਿ ਦ੍ਰਿੜੀਐ ਸਾਚ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਪਰਮੇਸ਼ਰ ਦੇ ਪਿਆਰੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਸ ਵੇਲੇ ਉਹਨਾਂ ਦੇ ਅੰਦਰ ਇਹ ਭਾਵਨਾ ਪੈਦਾ ਹੁੰਦੀ ਹੈ। ਭੇਖਣ, ਉਹ ਵਾਹਿਗੁਰੂ ਆਪ ਹੀ ਵੇਖਣ ਵਾਲਾ ਹੈ। ਸੁਣਨ, ਆਪ ਹੀ ਉਹ ਸੁਣਨ ਵਾਲਾ ਹੈ। ਤੇ ਸੁਣਾਵਣ, ਸੁਣਾਉਣ ਵਾਲਾ ਵੀ ਆਪ ਹੈ। ਮਨ ਮੈਂ ਦ੍ਰਿੜੀਐ ਸਾਚ, ਉਹ ਆਪਣੇ ਮਨ ਵਿੱਚ ਸੱਚ ਨੂੰ ਹਮੇਸ਼ਾ ਲਈ ਦ੍ਰਿੜ ਕਰਕੇ ਰੱਖਦੇ ਨੇ। ਭਾਵ ਉਹਨਾਂ ਦੇ ਅੰਦਰ ਇਹ ਪੱਕਾ ਵਿਸ਼ਵਾਸ, ਇੱਕ ਭਰੋਸਾ ਪੈਦਾ ਹੋ ਜਾਂਦਾ ਹੈ। ਜੇਤਾ ਸੁਣਨਾ ਤੇਤਾ ਨਾਮ ਜੇਤਾ, ਭੇਖਣ ਤੇਤਾ ਧਿਆਨ। ਕਿ ਜਿੱਧਰ ਨਿਗਾਹ ਜਾਂਦੀ ਉਹਨਾਂ ਨੂੰ ਉਸ ਪਾਸੇ ਵਾਹਿਗੁਰੂ ਦਿਖਾਈ ਦਿੰਦੇ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਜੇ ਕੋਈ ਆਵਾਜ਼ ਵੀ ਸੁਣਾਈ ਦਿੰਦੀ ਹੈ, ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਸਭੈ ਘਟ ਰਾਮ ਬੋਲੇ, ਵੀ ਪਰਮੇਸ਼ਰ ਬੋਲ ਰਿਹਾ। ਵੇਖਦਾ ਵੀ ਉਹੀ ਹੈ, ਸੁਣਦਾ ਵੀ ਉਹੀ ਹੈ, ਸੁਣਾਉਂਦਾ ਵੀ ਉਹੀ ਹੈ। ਤੇ ਮਨ ਦੇ ਵਿੱਚ ਉਹ ਸੱਚ ਨੂੰ ਦ੍ਰਿੜ ਕਰਕੇ ਰੱਖਦੇ ਹਨ। ਪੂਰ ਰਹਿਓ ਸਰਬੱਤਰ ਮੈਂ, ਨਾਨਕ ਹਰ ਰੰਗ ਰਾਚ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਪੂਰ ਰਹਿਓ ਸਰਬੱਤਰ ਮੈਂ। ਉਹ ਵਾਹਿਗੁਰੂ ਸਰਬੱਤਰ ਮੈਂ, ਸਾਰਿਆਂ ਵਿੱਚ ਹੀ। ਅਤਰ ਤੋਂ ਭਾਵ ਜੋ ਸਾਡੇ ਨੇਤਰਾਂ ਦਾ ਵਿਸ਼ਾ ਸੰਸਾਰ ਹੈ, ਸਾਰੇ ਸੰਸਾਰ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ। ਕਿ ਸਰਬੱਤਰ ਦਿਸ ਹੈ, ਕਿ ਸਰਬੱਤਰ ਭਿਸ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ। ਨਾਨਕ ਹਰ ਰੰਗ ਰਾਜ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਰੱਬ ਦੇ ਪਿਆਰੇ ਉਸ ਵਾਹਿਗੁਰੂ ਦੇ ਨਾਮ ਬਾਣੀ ਭਗਤੀ ਦੇ ਰੰਗ ਵਿੱਚ ਹਮੇਸ਼ਾ ਲਈ ਤਦਾਕਾਰ ਹੋਏ ਰਹਿੰਦੇ ਹਨ। ਪੌੜੀ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਪੌੜੀ ਛੰਦ ਦਾ ਨਾਮ ਹੀ ਹੈ ਕਾਵ ਰਚਨਾ ਦੇ ਅਨੁਸਾਰ।
ਤੇ ਇਹਦੇ ਵਿੱਚ ਠੇਠ ਪੰਜਾਬੀ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ ਸਿਧਾਂਤ, ਹਰ ਏਕ ਨਿਰੰਜਨ ਗਾਈਐ। ਗੁਰਮੁਖੋ ਇੱਕ ਨਿਰੰਜਨ ਸ਼ੁੱਧ ਸਰੂਪ ਵਾਹਿਗੁਰੂ ਹੈ। ਅੰਜਨ ਸੁਰਮੇ ਨੂੰ ਕਹਿੰਦੇ ਨੇ, ਸੁਰਮੇ ਦਾ ਰੰਗ ਕਾਲਾ ਹੁੰਦਾ ਹੈ। ਮਾਇਆ ਦਾ, ਅਗਿਆਨ ਦਾ ਰੰਗ ਵੀ ਕਾਲਾ ਮੰਨਿਆ। ਹਾਜ਼ੂਰ ਕਹਿੰਦੇ ਉਹ ਵਾਹਿਗੁਰੂ ਅਗਿਆਨ ਤੇ ਮਾਇਆ ਦੇ ਕਾਲੇਪਣ ਤੋਂ ਰਹਿਤ ਹੈ, ਉਹਨੂੰ ਕਹਿੰਦੇ ਨੇ ਨਿਰੰਜਨ, ਸ਼ੁੱਧ ਸਰੂਪ ਵਾਹਿਗੁਰੂ। ਹਰ ਏਕ ਨਿਰੰਜਨ ਗਾਈਐ, ਉਸ ਇੱਕ ਅਦਵੈਤ ਸਰੂਪ ਤੇ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਗਾਉਣਾ ਚਾਹੀਦਾ। ਭਾਵ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਤੇ ਨਾਲ ਇਹ ਵੀ ਵਿਸ਼ਵਾਸ ਰੱਖਣਾ ਚਾਹੀਦਾ ਸਭ ਅੰਤਰ ਸੋਈ ਵੀ ਉਹ ਵਾਹਿਗੁਰੂ ਸਭ ਦੇ ਅੰਦਰ ਵਰਤ ਰਿਹਾ ਹੈ। ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਉਹ ਵਾਹਿਗੁਰੂ ਕਾਰਨ ਸਮਰੱਥ ਹੈ। ਭਾਵ ਸ੍ਰਿਸ਼ਟੀ ਰਚਨਾ ਦੇ ਜਿੰਨੇ ਕਾਰਨ ਨੇ ਤੇ ਕਰਨ, ਅਸਾਧਾਰਨ ਕਾਰਣੰ ਕਰਣਮ, ਜਿਹੜੇ ਅਸਾਧਾਰਨ ਕਾਰਨ ਨੇ ਉਹਨਾਂ ਨੂੰ ਕਾਰਨ ਕਿਹਾ ਜਾਂਦਾ ਹੈ। ਤੇ ਕਾਰਨ ਦੋ ਪ੍ਰਕਾਰ ਦੇ ਮੰਨੇ ਨੇ, ਇੱਕ ਉਪਾਦਾਨ ਕਾਰਨ, ਦੂਸਰਾ ਨਿਮਿਤ ਕਾਰਨ ਹੁੰਦਾ। ਸੋ ਰੋ ਵਿਚਾਰ ਉਹ ਵਾਹਿਗੁਰੂ ਕਾਰਨ ਸਮਰੱਥ ਸਰਬ ਸ਼ਕਤੀਮਾਨ ਹੈ। ਸਾਰੇ ਕਾਰਨਾਂ ਨੂੰ ਤੇ ਜਿਹੜੇ ਅਸਾਧਾਰਨ ਕਾਰਨ ਨੇ ਉਹਨਾਂ ਨੂੰ ਪੈਦਾ ਕਰਨ ਵਾਲਾ। ਜੋ ਕਰੇ ਸੋ ਹੋਈ, ਵਾਹਿਗੁਰੂ ਜੋ ਕਰਦਾ ਹੈ ਉਹੀ ਹੁੰਦਾ ਹੈ। ਉਹੀ ਪਿੱਛੇ ਹੋਇਆ ਸੀ, ਉਹੀ ਹੁਣ ਹੋ ਰਿਹਾ ਹੈ, ਉਹੀ ਅੱਗੇ ਨੂੰ ਹੋਵੇਗਾ। ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਉਹ ਵਾਹਿਗੁਰੂ ਇੱਕ ਖਿਨ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਥਾਪ ਕੇ, ਬਣਾ ਕੇ ਉਹ ਥਾਪਦਾ, ਫਿਰ ਉਸ ਨੂੰ ਨਾਸ਼ ਵੀ ਕਰ ਦਿੰਦਾ। ਖਿਨ ਦੇ ਵਿੱਚ ਹੀ, ਅੱਖ ਦੇ ਫੋਰੇ ਵਿੱਚ, ਹਰਨ ਭਰਨ ਜਾਕਾ ਨੇਤਰਪੁਰ। ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰ ਚਲ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮਾ ਪਾਰੇ। ਉਹ ਵਾਹਿਗੁਰੂ ਖਿਨ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਨਾਸ਼ ਕਰ ਦਿੰਦਾ, ਤਿਸ ਬਿਨ ਨਹੀਂ ਕੋਈ। ਤੇ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਇਸ ਸ੍ਰਿਸ਼ਟੀ ਨੂੰ ਪਾਲਣ ਵਾਲਾ ਵੀ ਹੋਰ ਕੋਈ ਨਹੀਂ ਹੈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਉਹ ਵਾਹਿਗੁਰੂ ਹੈ ਕਿੱਥੇ? ਸਾਰੇ ਖੰਡਾਂ ਵਿੱਚ, ਸਾਰੇ ਬ੍ਰਹਮੰਡਾਂ ਵਿੱਚ, ਜਿੰਨੇ ਪਾਤਾਲ ਨੇ ਤੇ ਜਿੰਨੇ ਦੀਪ ਸਮੁੰਦਰ ਦੇ ਟਾਪੂ ਨੇ ਉਹਨਾਂ ਦੇ ਵਿੱਚ ਵੀ, ਜਿਨ੍ਹਾਂ ਨੂੰ ਆਈਸਲੈਂਡ ਵੀ ਕਹਿ ਦਿੰਦੇ ਨੇ, ਰਵਿਆ ਸਭ ਲੋਈ। ਤੇ ਸਾਰੇ ਲੋਕਾਂ ਵਿੱਚ, ਲੋਕ ਤੋਂ ਭਾਵ ਹੈ ਤਬਕ, ਜਿਵੇਂ 14 ਲੋਕ ਮੰਨੇ ਨੇ, ਉਹਨਾਂ ਸਾਰੇ ਲੋਕਾਂ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਆਪ ਵਰਤ ਰਿਹਾ ਹੈ। ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਜਿਸ ਨੂੰ ਵਾਹਿਗੁਰੂ ਆਪ ਹੀ ਬੁਝਾਵੇ, ਸਮਝਾਵੇ, ਜਿਸ ਨੂੰ ਇਹ ਗਿਆਨ ਦੇਵੇ, ਜਿਸ ਨੂੰ ਸੋਝੀ ਦੇਵੇ, ਉਹੀ ਉਸ ਦੇ ਸਰੂਪ ਨੂੰ ਬੁੱਝ ਸਕੇਗਾ। ਉਸ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਵਾਹਿਗੁਰੂ ਨੂੰ ਸਮਝਿਆ ਨਹੀਂ ਜਾ ਸਕਦਾ। ਤੇ ਜਿਹੜਾ ਉਹਨੂੰ ਸਮਝ ਲਵੇ, ਨਿਰਮਲ ਜਨ ਸੋਈ, ਉਹੀ ਜਨ ਗੁਰਮੁਖ ਪਿਆਰਾ ਨਿਰਮਲ ਪਾਕ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਉਹਨੂੰ ਉੱਚੇ ਸੁੱਚੇ ਜੀਵਨ ਵਾਲਾ ਮਹਾਂਪੁਰਖ ਕਹਿ ਦਿੰਦੇ ਹਨ। ਸ਼ਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ। ਲਹੁਣ ਸ਼ਲੋਕ ਦੇ ਦੂਸਰੇ ਪੌੜੀ ਦੇ ਨਾਲ ਜਿਹੜੇ 2 ਸ਼ਲੋਕ ਨੇ, ਉਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸ੍ਰਿਸ਼ਟੀ ਦੀ ਰਚਨਾ ਕਿਵੇਂ ਕਰਦਾ ਉਹਦੇ ਬਾਰੇ ਚਾਨਣਾ ਪਾਉਂਦੇ ਨੇ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨਾ। ਉਹ ਵਾਹਿਗੁਰੂ ਸਾਰੇ ਜੀਵਾਂ ਦੀ ਰਚਨਾ ਇਉਂ ਰਚਦਾ ਹੈ। ਕਿਵੇਂ? ਮਾਤ ਗਰਭ ਅਸਥਾਪਨਾ। ਪਹਿਲਾਂ ਮਾਤਾ ਦੇ ਗਰਭ ਦੇ ਵਿੱਚ ਮਾਂ ਕੀ ਰਖਤ ਪਿਤਾ ਬਿੰਦ ਤਾਰਾ ਸੂਰਤ ਮੂਰਤ ਸੂਰਤ ਕਾਰਿਆਕਾਰਾ। ਮਾਂ ਦੀ ਰਖਤ ਤੇ ਪਿਤਾ ਦੀ ਬਿੰਦ ਧਾਤੂ ਨੂੰ ਮਾਤਾ ਦੇ ਗਰਭ ਦੇ ਵਿੱਚ ਟਿਕਾਉਂਦਾ। ਤੇ ਉਸ ਤੋਂ ਅੱਗੇ ਵਾਹਿਗੁਰੂ ਸਾਰੇ ਜੀਵਾਂ ਦੀ, ਜਿੰਨੇ ਜੀਵ ਨੇ, ਚਾਹੇ ਉਹ ਪਸ਼ੂ ਪੰਛੀ ਨੇ, ਚਾਹੇ ਮਨੁੱਖ ਨੇ, ਸਾਰੇ ਜੀਵਾਂ ਦੀ ਰਚਨਾ ਵਾਹਿਗੁਰੂ ਇਸੇ ਤਰ੍ਹਾਂ ਹੀ ਰਚਦਾ ਹੈ। ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ। ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਸ ਵੇਲੇ ਮਾਤਾ ਦੇ ਪੇਟ ਵਿੱਚ ਜਠਰਾਗਨ ਅਗਨੀ ਵੀ ਹੁੰਦੀ ਹੈ। ਤੇ ਜੇ ਚਾਹੇ ਉਹ ਅੱਗ ਸਾੜ ਵੀ ਸਕਦੀ ਹੈ, ਪਰ ਨਹੀਂ, ਉਹ ਸਾੜ ਨਹੀਂ ਸਕਦੀ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਸਾਸ ਸਾਸ ਸਿਮਰੰਤ ਨਾਨਕ।
ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਨਾ, ਉਸ ਵੇਲੇ ਸਵਾਸ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਹੈ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਹਾਂਪੁਰਖੇ ਵੀ ਵਿਚਾਰ ਦੱਸਦੇ ਸਨ, ਉਹ ਸਿਮਰਨ ਸ਼ਕਤੀ ਦਾ ਸਦਕਾ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਹਨੂੰ ਪਿਛਲੇ 100 ਜਨਮਾਂ ਤੱਕ ਵੀ ਗਿਆਨ ਹੁੰਦਾ ਵੀ ਪਿਛਲੇ 100 ਜਨਮ ਮੇਰੇ ਕਿਹੜੇ ਸਨ। ਪਰ ਜਦੋਂ ਮਨੁੱਖ ਜਨਮ ਲੈਂਦਾ ਹੈ ਨਾ, ਵਿੱਚੋਂ ਗਰਭ ਹੈ ਨਿਕਲ ਆਇਆ, ਖਾਸੋਂ ਵਿਸਾਰ ਦੁਨੀ ਚਿਤ ਲਾਇਆ, ਫਿਰ ਉਹ ਸਭ ਕੁਝ ਭੁੱਲ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਮਾਤਾ ਦੇ ਗਰਭ ਦੇ ਵਿੱਚ ਜਦੋਂ ਜੀਵ ਹੁੰਦਾ ਹੈ, ਉਸ ਵੇਲੇ ਸਵਾਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਮਹਾ ਅਗਨ ਜਿਹੜੀ ਬੜੀ ਭਿਆਨਕ ਅਗਨੀ ਹੈ ਮਾਤਾ ਦੀ ਗਰਭ ਦੀ, ਨਾ ਬਿਨਾਸਨੰ, ਉਹ ਇਸ ਨੂੰ ਨਾਸ ਨਹੀਂ ਕਰ ਸਕਦੀ। ਮੁਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਏ। ਉਸ ਵੇਲੇ ਮਨੁੱਖ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਮੁਖ ਤਲੈ ਪੈਰ ਉੱਪਰੇ, ਪੁੱਠਾ ਲਟਕਦਾ ਹੁੰਦਾ ਹੈ। ਮੂੰਹ ਤਲਾ ਹੇਠਾਂ ਨੂੰ ਹੁੰਦਾ ਹੈ ਤੇ ਪੈਰ ਉੱਪਰੇ, ਪੈਰ ਉੱਪਰ ਨੂੰ ਹੁੰਦੇ ਨੇ, ਪੁੱਠਾ ਲਟਕ ਰਿਹਾ ਹੁੰਦਾ ਹੈ। ਵਸੰਦੋ ਕੋਥੜੈ ਥਾਏ। ਕੋਥੜਾ ਦਾ ਅਰਥ ਹੈ ਵੀ ਕੋਝੇ ਜੇ ਥਾਂ ਤੇ, ਉੱਥੇ ਮਲ ਮੂਤਰ ਵੀ ਹੁੰਦਾ ਹੀ ਆ ਨਾ ਨੇੜੇ, ਕੋਝਾ ਥਾਂ, ਗੰਦਾ ਥਾਂ, ਕੋਝੇ ਦੇ ਥਾਂ ਦੇ ਉੱਤੇ ਜੀਵ ਮਾਤਾ ਦੇ ਗਰਭ ਦੇ ਵਿੱਚ ਵਸਦਾ ਹੈ। ਨਾਨਕ ਸੋ ਧਣੀ ਕਿਉ ਵਿਸਾਰਿਓ, ਉਦਰ ਹੈ ਜਿਸ ਦੈ ਨਾਏ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਪਤਾ ਨਹੀਂ ਕਿਉਂ ਇਸ ਜੀਵ ਨੇ ਜਦੋਂ ਮਾਤਾ ਦੇ ਗਰਭ ਤੋਂ ਬਾਹਰ ਆ ਗਿਆ, ਇਸ ਨੇ ਉਸ ਧਨੀ ਮਾਲਕ, ਉਸ ਪਰਮ ਪਿਤਾ ਪਰਮਾਤਮਾ ਨੂੰ ਕਿਉਂ ਆਪਣੇ ਮਨ ਤੋਂ ਭੁਲਾ ਦਿੱਤਾ। ਉਦਰ ਹੈ ਜਿਸ ਦਾ ਨਾਏ, ਜਿਸ ਦਾ ਨਾਮ ਲੈ ਕੇ, ਜਿਸ ਦਾ ਸਿਮਰਨ ਕਰਕੇ ਮਾਤਾ ਦੇ ਗਰਭ ਦੇ ਵਿੱਚ ਜਠਰਾਗਨ ਅਗਨੀ ਤੋਂ ਬਚਿਆ ਸੀ, ਤੇ ਫਿਰ ਜਦੋਂ ਬਾਹਰ ਆ ਗਿਆ ਸੰਸਾਰ ਵਿੱਚ, ਪਤਾ ਨਹੀਂ ਕਿਉਂ ਇਸ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ। ਇਹਦਾ ਕਾਰਨ ਇਹ ਸੀ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕ ਆਈ। ਮਾਇਆ ਦੇ ਮੋਹ ਦੇ ਵਿੱਚ ਫਸ ਕੇ ਜੀਵ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ, ਪਰ ਇਸ ਨੂੰ ਭੁਲਾਉਣਾ ਨਹੀਂ ਸੀ ਚਾਹੀਦਾ। ਪੌੜੀ ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਝਾਰ। ਹੁਣ ਪੌੜੀ ਵਿੱਚ ਉਹਨਾਂ ਸ਼ਲੋਕਾਂ ਦਾ ਹੀ ਅਨੁਵਾਦ ਕਰਦੇ ਨੇ। ਹਜ਼ੂਰ ਕਹਿੰਦੇ, ਰਕਤ ਬਿੰਦ, ਮਾਂ ਦੀ ਰਕਤ, ਪਿਤਾ ਦੀ ਬਿੰਦ ਧਾਤੂ ਨੂੰ, ਅਗਨ ਉਦਰ ਮਝਾਰ, ਮਾਤਾ ਦੇ ਉਦਰ ਪੇਟ ਵਿੱਚ ਰੱਖ ਕੇ, ਤੇ ਜਿਹੜੀ ਮਿੰਨੀ ਅੱਗ ਉੱਥੇ ਬਲ ਰਹੀ ਸੀ, ਉਹਦੇ ਵਿੱਚ ਇਸ ਨੂੰ ਟਿਕਾ ਕੇ ਰਕਤ ਬਿੰਦ ਕਰ ਨਿੰਮਿਆ। ਤੇ ਇਸ ਢੰਗ ਦੇ ਨਾਲ ਉਸ ਵਾਹਿਗੁਰੂ ਨੇ ਇਸ ਜੀਵ ਦਾ, ਨਿੰਮਿਆਂ ਦਾ ਅਰਥ ਵੀ ਨਿਰਮਾਣ ਕੀਤਾ, ਨਿਰਮਾਣ ਕਰਨਾ। ਜਦੋਂ ਆਪਾਂ ਕੋਈ ਮਕਾਨ ਬਣਾਉਣੇ ਆ ਨਾ, ਕਹਿੰਦੇ ਹੁਣ ਉਹਦਾ ਵੀ ਅਸੀਂ ਵੀ ਉਸ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਭਾਵ ਜਦੋਂ ਆਪਾਂ ਨਿਉ ਪੱਟ ਕੇ ਨਿਉ ਰੱਖਦੇ ਹਾਂ, ਸਾਡੇ ਜੀਵਨ ਦੀ ਸ਼ੁਰੂਆਤ ਵੀ ਮਾਤਾ ਦੇ ਗਰਭ ਤੋਂ ਹੁੰਦੀ, ਉੱਥੋਂ ਨਿਰਮਾਣ ਸ਼ੁਰੂ ਹੁੰਦਾ ਹੈ, ਉੱਥੋਂ ਸਿਰਜਣਾ ਹੁੰਦੀ ਹੈ, ਉੱਥੋਂ ਉਤਪੱਤੀ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਮਾਂ ਦੀ ਰਕਤ ਤੇ ਪਿਤਾ ਦੀ ਬਿੰਦ ਧਾਤੂ ਨੂੰ ਵਾਹਿਗੁਰੂ ਨੇ ਮਾਤਾ ਦੇ ਉਦਰ ਵਿੱਚ ਰੱਖਿਆ, ਉੱਥੇ ਜਠਰਾਗਨ ਅਗਨੀ ਦੇ ਨਾਲ ਇਸ ਨੂੰ ਪਕਾਇਆ। ਇਸ ਢੰਗ ਦੇ ਨਾਲ ਸਾਡੇ ਜੀਵਨ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ। ਉਹ ਸਨ ਕਿਹੋ ਜਿਹਾ ਸੀ ਜਿੱਥੇ ਅਸੀਂ ਰਹੇ ਹਾਂ 9 ਮਹੀਨੇ। ਉਰਦ ਮੁਖ, ਮੂੰਹ ਉਲਟਾ ਸੀ, ਸਿਰ ਭਾਰ ਸੀ। ਕੁਚੀਲ, ਤੇ ਸਾਡਾ ਸਰੀਰ ਬੜਾ ਅਪਵਿੱਤਰ ਸੀ। ਜੇੜ ਦਾ ਪਰਦਾ ਇਹਦੇ ਆਲੇ ਦੁਆਲੇ ਸੀ, ਹੋਰ ਕੋਈ ਕੱਪੜਾ ਨਹੀਂ ਸੀ। ਚੀਲ ਕੱਪੜੇ ਨੂੰ ਕਹਿੰਦੇ ਨੇ। ਉਸ ਵੇਲੇ ਬਾਹਰਲੇ ਜਿਵੇਂ ਸਾਫ ਸੁਥਰੇ ਕੱਪੜੇ, ਇਹੋ ਜਿਹਾ ਕੱਪੜਾ ਵੀ ਸਾਡੇ ਨਹੀਂ ਸੀ ਪਹਿਨਿਆ ਹੋਇਆ। ਜਾਂ ਕੁਚੀਲ ਦਾ ਅਰਥ ਵੀ ਕੁਚਲ, ਅਪਵਿੱਤਰ ਤੇ ਪਲੀਤ, ਗੰਦਾ ਸੀ। ਤੇ ਬਿਕਲ ਤੋਂ ਭਾਵ ਹੈ ਬੇਹੋਸ਼ ਸੀ। ਇਹਦੀ ਅਕਲ, ਇਹਦੀ ਸੁਰਤ ਵੀ ਟਿਕਾਣੇ ਨਹੀਂ ਸੀ। ਨਰਕ ਘੋਰ ਗੁਬਾਰ, ਉਹ ਬੜਾ ਘੋਰ ਭਿਆਨਕ ਨਰਕ ਸੀ ਮਾਤਾ ਦਾ ਗਰਭ, ਜਿੱਥੇ ਜੀਵ 9 ਮਹੀਨੇ ਪੁੱਠਾ ਲਟਕਿਆ ਤੇ ਗੁਬਾਰੇ ਦੇ ਆਲੇ ਦੁਆਲੇ ਕੁੱਪ ਹਨੇਰਾ ਛਾਇਆ ਹੋਇਆ ਸੀ। ਮੋਹ ਮਾਇਆ ਤੇ ਅਗਿਆਨ ਦੇ ਕੁੱਪ ਹਨੇਰੇ ਵਿੱਚ ਰਹਿ ਕੇ 9 ਮਹੀਨੇ ਇਸ ਜੀਵ ਨੇ ਮਾਤਾ ਦੇ ਗਰਭ ਦੇ ਵਿੱਚ ਤਪੱਸਿਆ ਕੀਤੀ। ਹਰ ਸਿਮਰਤ ਤੂੰ ਨਾ ਜਲਹਿ, ਮਨ ਤਨ ਉਰ ਧਾਰ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਵੇਖ ਉਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਤੂੰ ਨਾ ਜਲਹਿ, ਤੂੰ ਉਸ ਮਾਤਾ ਦੇ ਗਰਭ ਦੇ ਵਿੱਚ ਜਠਰਾਗਨ ਅਗਨੀ ਦੇ ਨਾਲ ਸੜ ਨਹੀਂ ਸਕਿਆ। ਜਿਸ ਵਾਹਿਗੁਰੂ ਦੇ ਸਿਮਰਨ ਦੇ ਨਾਲ, ਨਾਮ ਦੀ ਸ਼ਕਤੀ ਨਾਲ ਤੇਰੀ ਉੱਥੇ ਰੱਖਿਆ ਹੋਈ ਹੈ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ,
ਉਥੈ ਤੇਰੀ ਰਖ ਅਗਨੀ ਉਦਰ ਮਾਹੇ। ਤੇ ਹੁਣ ਜਦੋਂ ਤੂੰ ਮਾਤਾ ਦੇ ਗਰਭ ਤੋਂ ਬਾਹਰ ਆ ਗਿਆ, ਮਨ ਤਨ ਔਰ ਤਾਰ, ਉਸ ਵਾਹਿਗੁਰੂ ਨੂੰ ਆਪਣੇ ਮਨ ਤੇ ਤਨ ਸਰੀਰ ਵਿੱਚ ਤੇ ਆਪਣੇ ਹਿਰਦੇ ਵਿੱਚ ਉਸ ਨੂੰ ਧਾਰਨ ਕਰਕੇ ਰੱਖ। ਵੇਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਉਹ ਮਾਤਾ ਦੇ ਗਰਭ ਦਾ ਸਥਾਨ ਬੜਾ ਔਖਾ ਸਥਾਨ ਸੀ, ਬੜਾ ਬਿਖਮਦਾਰ ਹੈ, ਜਿੱਥੇ ਰਹਿਣਾ ਬਹੁਤ ਔਖਾ ਹੋਵੇ। ਉਸ ਔਖੇ ਥਾਂ ਦੇ ਵਿੱਚ ਜਿਸ ਵਾਹਿਗੁਰੂ ਨੇ ਤੇਰੀ ਰੱਖਿਆ ਕੀਤੀ ਹੈ, ਤਿਸ ਤਿਲ ਨਾ ਵਿਸਾਰ, ਉਹਨੂੰ ਤਿਲ ਮਾਤਰ ਵੀ, ਭਾਵ ਥੋੜਾ ਸਮਾਂ ਵੀ, ਰਤਾ ਪਰ ਵੀ ਕਦੇ ਤੈਨੂੰ ਭੁਲਾਉਣਾ ਨਹੀਂ ਚਾਹੀਦਾ। ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸਹਿ ਜਨਮ ਹਾਰ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ, ਹਰ ਬਿਸਰਤ ਸੁਖ ਕਦੇ ਨਾ, ਜੇ ਵਾਹਿਗੁਰੂ ਨੂੰ ਭੁਲਾ ਦੇਵੇਂਗਾ ਤੈਨੂੰ ਕਦੇ ਸੁਖ ਨਹੀਂ ਪ੍ਰਾਪਤ ਹੋਣਾ। ਜਾਸੈ ਜਨਮ ਹਾਰ, ਤੂੰ ਆਪਣੇ ਜਨਮ ਨੂੰ ਵਿਸ਼ਿਆਂ ਦੇ ਜੂਏ ਵਿੱਚ ਅਥਵਾ ਆ ਕੌਡੀ ਦੇ ਬਦਲੇ, ਮਾਇਆ ਰੂਪੀ ਕੌਡੀ ਦੇ ਬਦਲੇ ਹਾਰ ਕੇ ਚਲਿਆ ਜਾਵੇਗਾ। ਤੇ ਜੇ ਨਾਮ ਜਪੇਗਾ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜੇ ਨਾਮ ਨਾਲ ਜੁੜੇਗਾ, ਜੀਵਨ ਦੀ ਬਾਜੀ ਨੂੰ ਜਿੱਤ ਜਾਵੇਂਗਾ। ਜੇ ਤੂੰ ਨਾਮ ਨੂੰ ਭੁਲਾ ਦਿੱਤਾ ਤੇ ਆਪਣੇ ਜਨਮ ਨੂੰ ਵੀ ਹਾਰ ਕੇ ਜਾਵੇਂਗਾ, ਤੇ ਤੈਨੂੰ ਕਦੇ ਆਤਮਕ ਸੁਖ ਤੇ ਪ੍ਰਲੋਕ ਦਾ ਸੁਖ, ਇਸ ਲੋਕ ਦਾ ਸੁਖ ਵੀ ਕਦੇ ਪ੍ਰਾਪਤ ਨਹੀਂ ਹੋ ਸਕੇਗਾ। ਇੱਥੇ 2 ਪੌੜੀਆਂ ਦੇ ਨਾਲ ਜਿਹੜੇ 4 ਸ਼ਲੋਕ ਆਏ ਨੇ, ਉਹਨਾਂ ਦੀ ਕਥਾ ਸੰਪੂਰਨ ਹੋਈ ਹੈ। ਅੱਜ ਥੋੜਾ ਸਮਾਂ ਆਪਾਂ ਲੇਟ ਵੀ ਹੋਏ, ਇਸ ਕਰਕੇ ਕੁਝ ਸਮਾਂ ਲੇਟ ਵੀ ਹੋਇਆ ਤੇ ਹੁਣ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਕੱਲ੍ਹ ਨੂੰ ਕੁਝ ਵੱਧ ਸ਼ਲੋਕਾਂ ਦੀ ਕਥਾ ਕਰਕੇ ਦੁਸਹਿਰੇ ਵਾਲੇ ਦਿਨ ਤੱਕ ਆਪਾਂ ਭੋਗ ਪਾਵਾਂਗੇ। ਇਸੇ ਤਰ੍ਹਾਂ ਸ਼ਾਮ ਨੂੰ ਦੀਵਾਨ ਸਜਣਗੇ, ਉਹਨਾਂ ਵਿੱਚ ਸਹਿਸਕ੍ਰਿਤੀ ਸ਼ਲੋਕਾਂ ਦੀ ਕਥਾ ਹੋਵੇਗੀ। ਸੋ ਆਪ ਸੰਗਤਾਂ ਨੇ ਉਹ ਵੀ ਸਮੇਂ ਸਿਰ ਆ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਵੇਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸਹਿ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।